ਹੋਪ ਗਲੋਬਲ ਟੀਵੀ ਦੇਖ ਰਹੇ ਸਾਰੇ ਹੀ ਦੇਸ਼ ਅਤੇ ਵਿਦੇਸ਼ਾਂ ਦੇ ਦਰਸ਼ਕਾਂ ਦਾ ਗੁਰਵੇਲ ਸਿੰਘ ਵੱਲੋਂ ਨਿੱਘਾ ਸਵਾਗਤ। ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਦਵਾਨਾਂ ਨੂੰ ਲੈ ਕੇ ਆਪ ਜੀ ਦੇ ਰੂਬਰੂ ਹੁੰਦੇ ਹਾਂ ਤੇ ਉਹਨਾਂ ਦੇ ਨਾਲ ਅਸੀਂ ਕਰਦੇ ਹਾਂ ਗੁਰਮਤ ਵਿਚਾਰਾਂ ਦੀ ਸਾਂਝ। ਤੇ ਸਾਡੀ ਜੋ ਗੁਰਮਤ ਵਿਚਾਰਾਂ ਦੀ ਸਾਂਝ ਹੈ ਉਸ ਦੀ ਇੱਕ ਲੜੀ ਚੱਲ ਰਹੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਤੋਂ ਮਿਲਦੀਆਂ ਸਿੱਖਿਆਵਾਂ ਤੇ ਪ੍ਰੇਰਨਾਵਾਂ। ਤੇ ਅੱਜ ਉਸੇ ਹੀ ਲੜੀ ਦੇ ਵਿੱਚ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਲਈ ਪਹੁੰਚੇ ਹੋਏ ਨੇ ਸਰਦਾਰ ਹਰਿੰਦਰ ਸਿੰਘ ਜੀ, ਜੋ ਐਜ਼ ਏ ਮਿਊਜ਼ਿਕ ਟੀਚਰ ਗੁਰੂ ਨਾਨਕ 5th ਸੈਂਚੁਰੀ ਸਕੂਲ ਮਸੂਰੀ ਦੇ ਵਿੱਚ ਸੇਵਾਵਾਂ ਨਿਭਾ ਰਹੇ ਆ। ਤੇ ਇਹਨਾਂ ਤੋਂ ਅੱਜ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਤੋਂ ਸਾਨੂੰ ਕੀ ਸਿੱਖਿਆਵਾਂ ਮਿਲਦੀਆਂ, ਕੀ ਪ੍ਰੇਰਨਾਵਾਂ ਮਿਲਦੀਆਂ, ਕਿਵੇਂ ਅਸੀਂ ਆਪਣੇ ਜੀਵਨ ਨੂੰ ਵਧੀਆ ਬਣਾ ਸਕਦੇ ਹਾਂ, ਉਹ ਸਾਰੀਆਂ ਦੀਆਂ ਸਾਰੀਆਂ ਗੱਲਾਂ ਵੀਰ ਹਰਿੰਦਰ ਸਿੰਘ ਜੀ ਨਾਲ ਕਰਨੀਆਂ। ਵੀਰ ਜੀ, ਪ੍ਰੋਗਰਾਮ ਗੁਰਮਤ ਵਿਚਾਰ 'ਚ ਆਪ ਜੀ ਦਾ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਇਹ ਹੈ, ਤੁਸੀਂ ਆਪਣੀਆਂ ਨਜ਼ਰਾਂ 'ਚ ਗੁਰੂ ਨਾਨਕ ਪਾਤਸ਼ਾਹ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਉਹਨਾਂ ਨੂੰ ਕਿਸੇ ਨੇ ਇਹ ਕਹਿ ਦਿੱਤਾ ਕੱਲ ਤਾਰਨ ਗੁਰੂ ਨਾਨਕ ਆਇਆ, ਕਿਸੇ ਨੇ ਉਹਨਾਂ ਨੂੰ ਪਰਮਾਤਮਾ ਦਾ ਰੂਪ ਕਿਹਾ। ਬਹੁਤ ਸਾਰੇ, ਹਰ ਇੱਕ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣੇ ਨਜ਼ਰੀਏ ਦੇ ਨਾਲ ਦੇਖਿਆ। ਤੁਹਾਡੀਆਂ ਨਜ਼ਰਾਂ ਦੇ ਵਿੱਚ, ਤੁਹਾਡੇ ਸ਼ਬਦਾਂ 'ਚ ਗੁਰੂ ਨਾਨਕ ਪਾਤਸ਼ਾਹ ਦੀ ਵਡਿਆਈ ਉਸਤਤ ਕਿਵੇਂ ਕਰਦੇ? ਜੀ ਵੀਰ ਗੁਰਵੇਲ ਸਿੰਘ ਜੀ, ਤੁਸੀਂ ਇਹ ਬਹੁਤ ਵਧੀਆ ਇਹ ਉਪਰਾਲਾ ਕੀਤਾ ਕਿ ਅੱਜ ਗੁਰੂ ਨਾਨਕ ਸਾਹਿਬ ਦੇ, ਕਿਉਂਕਿ 550 ਸਾਲਾਂ ਹੁਣੇ ਮਨਾ ਕੇ ਹਟੇ ਆ, ਅਤੇ ਗੁਰੂ ਸਾਹਿਬ ਦੇ ਵੱਖ-ਵੱਖ ਵਿਦਵਾਨ, ਅਤੇ ਚਲੋ ਵਿਦਵਾਨ ਤਾਂ ਅਲੱਗ ਚੀਜ਼ ਹੈ, ਅਸੀਂ ਭਗਤਾਂ ਦੇ ਹਿਸਾਬ ਨਾਲ ਸੋਚੀਏ ਕਿ ਦੇਖੋ ਜਿਵੇਂ ਭੱਟ ਸਾਹਿਬਾਂ ਨੇ ਤੇ ਗੁਰੂ ਨਾਨਕ ਸਾਹਿਬ ਨੂੰ ਆਪ ਨਾਰਾਇਣ ਹੀ ਕਹਿ ਦਿੱਤਾ। ਆਪ ਨਾਰਾਇਣ ਕਲਾ ਧਰ ਜਗ ਮੈਂ ਪਰਵਿਓ, ਨਿਰੰਕਾਰ ਆਕਾਰ ਜਗ ਮੰਡਲ ਧਰਿਓ। ਯਾਨੀ ਕਿ ਇਹਨਾਂ ਨੇ ਗੁਰੂ ਸਾਹਿਬ ਨੂੰ ਪ੍ਰਤੱਖ ਅਕਾਲ ਪੁਰਖ ਦਾ ਰੂਪ, ਅਤੇ ਮੈਂ ਵੀ ਉਸ ਚੀਜ਼ ਨੂੰ ਮਹਿਸੂਸ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਆਪ ਨਾਰਾਇਣ ਸਨ ਜੀ। ਕਿਉਂਕਿ ਜਦੋਂ ਆਪ ਨਾਰਾਇਣ ਤਾਂ ਹੀ ਧਰਤੀ 'ਤੇ ਆਉਂਦਾ ਹੈ ਇੱਕ ਸਰੀਰ ਲੈ ਕੇ, ਸਰੀਰ ਰੂਪ 'ਚ। ਵੈਸੇ ਤਾਂ ਹਰ ਜਗ੍ਹਾ ਘੱਟ ਘੱਟ ਮੈਂ ਹਰ ਜੂ ਬਸੇ ਸੰਤਨ ਕਿਉਂ ਪੁਕਾਰ, ਪਰ ਇੱਕ ਮਹਾਨ ਸ਼ਖਸੀਅਤ ਦੇ ਰੂਪ ਵਿੱਚ ਅਕਾਲ ਪੁਰਖ ਨੇ ਆਪਣੇ ਇੱਕ ਇਨਸਾਨ ਦੇ ਰੂਪ ਵਿੱਚ ਸਾਨੂੰ ਇੱਕ ਸਾਡੇ ਸਾਹਮਣੇ ਕੀ ਬੋਲਦੇ, ਜਿਵੇਂ ਆਦਰਸ਼ਕ ਮੂਰਤੀ, ਆਦਰਸ਼ਕ ਜਿਹੜਾ ਕਿ ਜਿਸ ਸਾਡੇ ਸਾਹਮਣੇ ਉਹ ਸਾਨੂੰ ਦੁਨੀਆ ਨੂੰ ਸਹੀ ਰਸਤਾ ਦੱਸਣ ਵਾਸਤੇ ਸਾਡੇ ਸਾਹਮਣੇ ਕਿਸੇ ਨੇ ਕਿਸੇ ਨੂੰ ਪੇਸ਼ ਕਰਨਾ ਹੁੰਦਾ ਹੈ। ਉਹ ਇੱਕ ਰਹਿਬਰ, ਇੱਕ ਪੈਗੰਬਰ ਜੋ ਪਰਮਾਤਮਾ ਨੇ ਸਾਡੇ ਲਈ ਭੇਜਿਆ, ਜਿਸਨੂੰ ਅਸੀਂ ਪੈਗੰਬਰ ਵੀ ਕਹਿੰਦੇ ਹਾਂ, ਅਵਤਾਰੀ ਪੁਰਖ ਕਹਿੰਦੇ ਹਾਂ, ਗੁਰੂ ਸਾਹਿਬ ਦੇ ਨਾਮ 'ਤੇ ਵੀ ਜਾਣਦੇ ਹਾਂ, ਔਰ ਅਕਾਲ ਪੁਰਖ ਦਾ ਸਾਕਸ਼ਾਤ ਗੁਰੂ ਨਾਨਕ ਰੂਪ ਵੀ ਕਹਿੰਦੇ ਆ। ਅਤੇ ਉਸ ਦੇ ਵਿੱਚ ਇਹ ਹੈ ਕਿ ਵੀ ਜਦੋਂ ਕਈ ਲੋਕਾਂ ਦਾ ਵਿਚਾਰ ਹੈ, ਠੀਕ ਹੈ, ਆਪਣੇ ਆਪਣੇ ਵਿਚਾਰ ਹੈ, ਪਰ ਮੇਰੀ ਇਹ ਵਿਚਾਰ ਹੈ ਵੀ ਉਹ ਪ੍ਰਕਾਸ਼ ਰੂਪ ਵੀ ਹੈ ਅਤੇ ਸਰੀਰ ਰੂਪ ਵੀ ਹੈ। ਕਿ ਜਦੋਂ ਪ੍ਰਕਾਸ਼ ਰੂਪ ਵਿੱਚ ਹੈ ਤਾਂ ਉਹ ਘੱਟ ਘੱਟ ਮੇਹਰ ਵਸਿਆ ਹੋਇਆ, ਅਤੇ ਜਦੋਂ ਸਰੀਰ ਰੂਪ ਵਿੱਚ ਹੈ ਤਾਂ ਅਸੀਂ ਗੁਰੂ ਨਾਨਕ ਸਾਹਿਬ ਦੇ ਨਾਮ 'ਤੇ ਜਾਣਦੇ ਹਾਂ। ਕਿਉਂਕਿ ਗੁਰੂ ਨਾਨਕ ਸਾਹਿਬ ਜਦੋਂ ਧਰਤੀ 'ਤੇ ਆਏ ਅਤੇ ਉਸ ਤੋਂ ਪਹਿਲਾਂ ਦੀ ਜੋ ਸਥਿਤੀ ਸੀ ਇਸ ਹਿੰਦੁਸਤਾਨ ਦੀ, ਉਹ ਤੁਸੀਂ ਵੀ ਜਾਣਦੇ ਹੋ ਕਿ ਕਿੰਨੀ ਮਾੜੀ ਹਾਲਤ ਸੀ। ਮੁਸਲਮਾਨ ਹਿੰਦੂ ਆਪਸ ਵਿੱਚ ਖਹਿ ਕੇ, ਯਾਨੀ ਕਿ ਲੜਨਾ, ਮੈਂ ਵੱਡਾ ਨਹੀਂ ਤੂੰ ਛੋਟਾ, ਅਤੇ ਜਾਤ ਪਾਤ ਦਾ ਬੜਾ ਵਿਰੋਧ, ਇੱਕ ਦੂਜੇ ਦਾ ਨੀਚਾ ਦਿਖਾਉਂਦੇ ਸੀ। ਅਤੇ ਉਹਦੇ ਕਰਕੇ ਗੁਰੂ ਨਾਨਕ ਸਾਹਿਬ ਨੂੰ, ਕਿਉਂਕਿ ਜਦੋਂ ਕਿਸੇ ਵੱਡੇ ਰੋਗ ਦਾ ਠੀਕ ਕਰਨਾ ਹੋਵੇ ਤਾਂ ਉਸ ਵਿੱਚ ਵੱਡਾ ਡਾਕਟਰ ਆਉਣਾ ਚਾਹੀਦਾ, ਪਰਫੈਕਟ ਡਾਕਟਰ। ਅਤੇ ਇਸ ਕਲਯੁੱਗ ਦੇ ਵਿੱਚ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਨੇ ਭੇਜਿਆ ਆਪਣਾ ਰੂਪ ਲੈ ਕੇ ਕਿ ਮੈਂ ਇਸ ਕਲਯੁੱਗ ਦੇ ਵਿੱਚ ਇਸ ਚੀਜ਼ ਨੂੰ ਮੈਂ ਸਿਰੇ ਲਗਾ ਸਕਦਾ, ਜੋ ਅੱਜ ਉਸ ਚੀਜ਼ ਦੀ ਪ੍ਰੇਰਨਾ ਲੈ ਕੇ ਅਸੀਂ ਵੀ ਅੱਗੇ ਵੱਧ ਰਹੇ ਹਾਂ। ਪਰ ਮੈਂ ਇੱਕ ਚੀਜ਼ ਦਾ ਯਾਨੀ ਕਈ ਵਾਰੀ ਮਹਿਸੂਸ ਕੀਤਾ ਹੈ ਕਿ ਅਸੀਂ ਸਿਰਫ ਪੜ੍ਹਨ ਤੱਕ ਸੀਮਤ ਰਹਿ ਜਾਂਦੇ ਹਾਂ, ਕਿ ਅਸੀਂ ਗੁਰੂ ਸਾਹਿਬ ਨੂੰ ਪੜ੍ਹ ਲਿਆ, ਗੁਰੂ ਸਾਹਿਬ ਦੇ ਜੀਵਨ ਪੜ੍ਹ ਲਿਆ, ਉਹ ਸਾਰਿਆਂ ਨੂੰ ਪਤਾ ਹੈ। ਹਾਂ, ਪਰ ਗੁਰਬਾਣੀ ਤੇ ਇਦੋਂ ਅੱਗੇ ਕਹਿੰਦੀ ਹੈ, ਪੜ੍ਹਨਾ ਨਹੀਂ ਪੜ੍ਹਿਆ ਨਹੀਂ ਭੇਦ ਬੁੱਝਿਆ ਪਾਵਨਾ। ਕਿਉਂਕਿ ਜੇ ਪੜ੍ਹੀ ਗਏ ਉਹਦੀ ਸਮਝੀ ਨਾ ਆਈ, ਜੇ ਗੁਰੂ ਨਾਨਕ ਪਾਤਸ਼ਾਹ ਦੀਆਂ ਗੱਲਾਂ ਤੇ ਕਰੀ ਗਏ ਪਰ ਉਹ ਜੀਵਨ ਦੇ ਵਿੱਚ ਅਪਣਾਈਆਂ ਨਾ, ਤੇ ਉਹਦਾ ਕੋਈ ਫਾਇਦਾ ਨਹੀਂ ਹੋਣਾ। ਕਿਉਂਕਿ ਮੈਨੂੰ ਹੁਣੇ ਕਿਉਂਕਿ ਅੱਜ ਕੱਲ੍ਹ ਵੀਡੀਓ ਬੜੀਆਂ ਆਉਂਦੀਆਂ ਸੋਸ਼ਲ ਮੀਡੀਆ 'ਤੇ ਕਿ ਗੁਰੂ ਨਾਨਕ ਸਾਹਿਬ ਦਾ ਸੁਲਤਾਨਪੁਰ ਲੋਧੀ ਵਿੱਚ ਦਿਨ ਮਨਾਇਆ ਗਿਆ ਜੀ। ਹੁਣ ਉਹਦੇ ਵਿੱਚ ਮੈਂ ਕਹਿੰਦਾ ਕਿ 36 ਪ੍ਰਕਾਰ ਕੀ ਹਜ਼ਾਰਾਂ ਪ੍ਰਕਾਰ ਦੇ ਭੋਜਨ ਸਾਰੇ ਉੱਥੇ ਕੀ ਕਹਿੰਦੇ ਉਹ ਕੀਤੇ ਹੋਏ ਸੀ, ਯਾਨੀ ਕਿ ਉਹਨਾਂ ਨੇ ਪ੍ਰਬੰਧ ਕੀਤਾ ਸੀ। ਹੁਣ ਹਰ ਇੱਕ ਨੇ, ਮੰਨ ਲਓ ਮੈਂ ਅਗਰ ਪੀਜ਼ਾ ਬਣਾ ਰਿਹਾ, ਮੈਂ ਪੀਜ਼ਾ 'ਤੇ ਲੰਗਰ ਲਗਾ ਦਿੱਤਾ, ਪਰ ਗੁਰੂ ਸਾਹਿਬ ਆਪਾਂ ਇਹ ਨਹੀਂ ਦੇਖਿਆ ਕਿ ਗੁਰੂ ਸਾਹਿਬ ਸਾਡੇ ਕੋਲੋਂ ਕੀ ਚਾਹੁੰਦੇ ਆ। ਕਿਉਂਕਿ ਆਪਾਂ ਇੱਕ ਚੀਜ਼ ਨੂੰ ਮੁੱਖ ਰੱਖਿਆ ਵੀ ਗੁਰੂ ਸਾਹਿਬ ਦਾ ਦਿਨ ਮਨਾਉਣਾ, ਧੂਮ ਧਾਮ ਕੇ ਮਨਾਉਣਾ, ਖਰਚਾ ਕਰਨਾ ਕਰੋੜਾਂ ਅਰਬਾਂ ਦਾ। ਪਰ ਗੁਰੂ ਸਾਹਿਬ ਕਹਿੰਦੇ ਮੇਰੇ ਦਿਨ ਮਨਾਉਣ ਵਾਸਤੇ ਖਰਚੇ ਦੀ ਜ਼ਰੂਰਤ ਨਹੀਂ ਪੈਣੀ,
ਭਾਈ ਲਾਲੋ ਦੇ ਘਰ ਜਾ ਕੇ ਦੇਖੋ, ਮੈਂ ਦਿਨ ਮਨਾਇਆ ਭਾਈ ਲਾਲੂ ਦੇ ਘਰ ਜਾ ਕੇ। ਮਲਕ ਭਾਗੋ ਨੇ ਕੀ ਮਨਾਇਆ? ਪੂੜੇ ਬਣਾ ਕੇ। ਤੇ ਉਹਨਾਂ ਨੇ ਉੱਥੇ ਜਾ ਕੇ ਆਪਣਾ ਨਿਤਾਰਾ ਕਰਕੇ ਦੱਸਿਆ ਸੀ ਕਿ ਮਲਕ ਭਾਗੋ ਨੇ ਕਿਹਾ ਸੀ ਕਿ ਮਹਾਰਾਜ ਮੇਰੇ ਕੋਲ ਕੀ ਗਲਤੀ ਹੋ ਗਈ ਹੈ, ਤੁਸੀਂ ਮੇਰੇ ਘਰ ਨਹੀਂ ਆਏ, ਮੈਂ ਐਡਾ ਵੱਡਾ ਭੰਡਾਰਾ ਰਚਿਆ। ਤੇ ਗੁਰੂ ਸਾਹਿਬ ਨੇ ਕਿਹਾ ਕਿ ਮੈਨੂੰ ਤੇਰੇ ਘਰ ਆਉਣ 'ਚ ਕੋਈ ਵਿਰੋਧ ਨਹੀਂ ਹੈ, ਕੋਈ ਈਰਖਾ ਨਹੀਂ ਹੈ, ਪਰ ਇੱਧਰ ਦੇਖ, ਹੱਕ ਸੱਚ ਦੀ ਕਮਾਈ, ਮਿਹਨਤ ਦੀ ਕਮਾਈ ਕਰਦਾ। ਜੋ ਮੇਰਾ ਇੱਕ ਉਪਦੇਸ਼ ਹੈ ਕਿ ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਛਕਣਾ ਜੀ। ਤੇ ਉਹ ਦੇਖੋ ਭਾਈ ਲਾਲੋ ਦਾ ਜਿਹੜਾ ਸਾਗ ਹੈ, ਸੁੱਕੀ ਰੋਟੀ ਹੈ, ਮੈਨੂੰ ਉਹ ਖੀਰ ਸਮਾਨ, ਮੈਨੂੰ ਅੰਮ੍ਰਿਤ ਸਮਾਨ ਲੱਗੀ ਹੈ। ਤੇ ਕਹਿੰਦੇ ਕਿ ਤੁਸੀਂ ਗੁਰੂ ਸਾਹਿਬ ਕਹਿੰਦੇ ਚਲੋ ਇੱਕ ਰੋਟੀ ਉਹਦੀ ਲਈ ਤੇ ਇੱਕ ਉਹਦੀ ਲਈ। ਕਹਿੰਦੇ ਹੁਣ ਮੈਂ ਤੁਹਾਨੂੰ ਇਹ ਨਿਤਾਰਾ ਕਰਕੇ ਦੱਸਾਂ ਕਿ ਉਹਨਾਂ ਨੇ ਜਦੋਂ ਇਹ ਚੀਜ਼ ਨੂੰ ਅਸੀਂ ਮੰਨਦੇ ਵੀ ਨਹੀਂ ਹਾਂ ਜੀ, ਆਮ ਲੋਕ ਜਿਹੜੇ ਕੱਟੜਵਾਦੀ ਨਹੀਂ ਮੰਨਦੇ ਵੀ ਗੁਰੂ ਸਾਹਿਬ ਨੇ ਕਿਵੇਂ ਇਹ ਦੱਸ ਦਿੱਤਾ ਨਿਚੋੜ ਕੇ। ਦੁੱਧ ਦੋਨਾਂ ਵਿੱਚੋਂ ਇੱਕੋ ਚੀਜ਼ ਨਿਕਲਦੀ ਹੈ ਤੇ ਰੋਟੀ ਉਹ ਵੀ ਆਟੇ ਦੀ, ਉਹ ਵੀ ਆਟੇ। ਪਰ ਗੁਰੂ ਸਾਹਿਬ ਇੱਕ ਦੱਸਣਾ ਚਾਹੁੰਦੇ ਸਨ ਉਸ ਨੂੰ ਪ੍ਰੈਕਟੀਕਲੀ ਕਰਕੇ ਕਿ ਦੇਖ, ਤੇਰੀ ਕਮਾਈ ਜਿਹੜੀ ਹੈ ਗਰੀਬਾਂ ਦਾ ਖੂਨ ਨਿਚੋੜ ਕੇ ਇਕੱਠੀ ਕੀਤੀ ਹੋਈ ਹੈ। ਇਸ ਗਰੀਬ ਦੀ ਦੇਖੋ ਮਿਹਨਤ ਦੀ ਕਮਾਈ ਹੈ, ਇਹ ਦੁੱਧ ਹੈ। ਦੁੱਧ ਨੂੰ ਅਸੀਂ ਪਵਿੱਤਰ ਮੰਨਦੇ ਹਾਂ ਤੇ ਪਵਿੱਤਰ ਕਮਾਈ ਇਹ ਹੈ ਤੇ ਤੇਰੀ ਹੈ, ਦੱਸੋ। ਫਿਰ ਉੱਥੇ ਗੁਰੂ ਸਾਹਿਬ ਨੇ ਕਿਹਾ ਕਿ ਜਿਹੜੇ ਹੱਕ ਪਰਾਇਆ ਨਾਨਕਾ ਉਸ ਸੂਰਜ ਗਾਏ। ਇਹ ਗੁਰੂ ਸਾਹਿਬ ਦੀ ਚਲੋ ਬਾਣੀ ਮੈਨੂੰ ਨਹੀਂ ਪਤਾ, ਪਰ ਇਹ ਹੈ ਕਿ ਉਹਨਾਂ ਨੇ ਇੱਕ ਪ੍ਰਥਾ ਕਰਕੇ ਦੱਸਿਆ ਕਿ ਅਸੀਂ ਕਿਸੇ ਦਾ ਹੱਕ ਮਾਰ ਕੇ ਖਾਂਦੇ ਹਾਂ ਤੇ ਸਮਝੋ ਅਸੀਂ ਮੁਰਦਾ ਖਾ ਲਿਆ। ਅੱਜ ਜਦੋਂ ਤੁਸੀਂ ਇਹ ਗੱਲ ਕਰ ਰਹੇ ਹੋ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਜਦੋਂ ਤੁਸੀਂ ਇਹ ਗੱਲ ਕਰ ਰਹੇ ਹੋ ਤੇ ਉਦੋਂ ਮੈਨੂੰ ਇੱਕ ਮਨ ਦੇ ਵਿੱਚ ਸਵਾਲ ਉੱਠ ਰਿਹਾ ਸੀ ਕਿ ਅੱਜ ਦਾ ਜਿਹੜਾ ਸਿੱਖ ਹੈ ਜਾਂ ਅੱਜ ਦੀ ਜੋ ਦੁਨੀਆ ਹੈ, ਇਹ ਤੇ ਲੋਕਾਂ ਦੇ ਹੱਕ ਮਾਰਨ ਨੂੰ ਜ਼ਿਆਦਾ ਪਹਿਲ ਦਿੰਦੀ ਹੈ। ਕਿਵੇਂ ਦੂਸਰੇ ਦਾ ਹੱਕ ਮਾਰਿਆ ਜਾਏ, ਔਰ ਇਹ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤਾਂ ਤੋਂ ਕਿਤੇ ਦੁਨੀਆ ਦੂਰ ਤਾਂ ਨਹੀਂ ਬਹੁਤ ਦੂਰ ਚਲੀ ਗਈ ਹੈ, ਬਹੁਤ ਦੂਰ। ਮੁੜ ਕੇ ਵਾਪਸ ਆਉਣਾ ਹੀ ਮੁਸ਼ਕਿਲ ਹੈ। ਹਾਂ, ਕਿਉਂਕਿ ਦੁਨੀਆ, ਗੁਰੂ ਨਾਨਕ ਸਾਹਿਬ ਨੇ ਤਾਂ ਕਿਹਾ ਸੀ ਕਿ ਪਹਿਲਾਂ ਹੀ ਨਿਯਮ ਉਹਨਾਂ ਨੇ ਦੱਸ ਦਿੱਤੇ, ਆਪਣੇ ਪ੍ਰਿੰਸੀਪਲ ਪਹਿਲਾਂ ਹੀ ਦੇ ਦਿੱਤੇ ਸੀ। ਜਦੋਂ ਬਚਪਨ ਤੋਂ ਹੀ ਉਹਨਾਂ ਨੇ 20 ਰੁਪਏ ਦਾ ਸੌਦਾ ਕੀਤਾ ਸੀ ਤਾਂ ਉਹਨਾਂ ਨੇ ਕਿਹਾ ਕਿ ਗਰੀਬ ਦਾ ਮੂੰਹ ਜਿਹੜਾ ਉਹ ਪੇਟ ਭਰ ਜਾਵੇ ਤੇ ਇਸ ਤੋਂ ਵਧੀਆ ਸੌਦਾ ਕੀ ਹੋ ਸਕਦਾ ਹੈ। ਕਿਸੇ ਦੇ ਤਨ ਢੱਕਿਆ ਜਾਏ, ਉਸ ਤੋਂ ਵਧੀਆ ਸੌਦਾ ਕੀ ਹੋ ਸਕਦਾ ਹੈ। ਤੇ ਉਹ ਤਾਂ ਉੱਥੋਂ ਸ਼ੁਰੂ ਕਰ ਦਿੱਤਾ ਸੀ ਉਹਨਾਂ ਨੇ। ਤੇ ਜਦੋਂ ਕਮਾਈ ਦੇ ਬਾਰੇ ਉਹਨਾਂ ਨੇ ਕਿਹਾ ਤੇ ਜਿਹੜੀ ਅਸੀਂ ਕਮਾਈ ਕਰ ਰਹੇ ਹਾਂ ਉਹ ਹੱਕ ਸੱਚ ਦੀ ਕਮਾਈ ਹੋਵੇ, ਮਿਹਨਤ ਦੀ ਕਮਾਈ ਹੋਵੇ। ਜੋ ਕਮਾਈ ਅਸੀਂ ਕਰ ਰਹੇ, ਜੋ ਸਾਡਾ ਇੱਕ ਨੌਕਰੀ ਪੇਸ਼ਾ ਹੈ ਜਾਂ ਬਿਜ਼ਨਸ ਹੈ ਜਾਂ ਖੇਤੀਬਾੜੀ ਹੈ, ਉਹ ਅਸੀਂ ਦਿਲੋਂ ਕਰੀਏ। ਇਸੇ ਨੂੰ ਹੀ ਜਦੋਂ ਭਾਈ ਗੁਰਦਾਸ ਜੀ ਨੇ ਵੀ ਕਿਹਾ ਨਾ, ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ। ਕਿਉਂਕਿ ਸਿੱਖ ਦੀ ਨਿਸ਼ਾਨੀ ਹੈ ਧਰਮ ਦੀ ਕਿਰਤ ਵਿਰਤ ਕਰਨਾ, ਔਰ ਕਿਰਤ ਵਿਰਤ ਧਰਮ ਦੀ ਕਰਕੇ ਭਲਾ ਮਨਾਉਣਾ। ਤੇ ਸ਼ਾਇਦ ਜਦੋਂ ਗੁਰੂ ਨਾਨਕ ਦੇਵ ਜੀ ਮਲਕ ਭਾਗੋ ਨੂੰ ਕੰਡੈਮ ਕਰ ਰਹੇ ਆ ਤੇ ਭਾਈ ਲਾਲੋ ਨੂੰ ਐਪਰੀਸ਼ੀਏਟ ਕਰ ਰਹੇ ਆ, ਉੱਥੇ ਸ਼ਾਇਦ ਗੁਰੂ ਨਾਨਕ ਦੇਵ ਜੀ ਤੁਹਾਡੇ ਖਿਆਲ 'ਚ ਕੀ ਉਹ ਜਿਹੜੀ ਧਰਮ ਦੀ ਕਿਰਤ ਵਿਰਤ ਤੇ ਹੱਥੋਂ ਦੇ ਕੇ ਭਲਾ ਮਨਾਉਣ ਵਾਲੀ ਚੀਜ਼ ਨੇ, ਇਹਦੀ ਸ਼ੁਰੂਆਤ ਨਹੀਂ ਕਰ ਰਹੇ? ਇਹਦੀ ਸ਼ੁਰੂਆਤ ਉਹਨਾਂ ਨੇ ਉੱਥੋਂ ਹੀ ਕਰ ਦਿੱਤੀ ਕਿ ਉਹਨਾਂ ਨੇ ਕਿਹਾ ਮਲਕ ਭਾਗੋ ਮੈਂ ਤੇਰੇ ਵਿਰੋਧ ਵਿੱਚ ਨਹੀਂ ਹਾਂ, ਪਰ ਜੋ ਤੇਰਾ ਤਰੀਕਾ ਹੈ ਕਮਾਈ ਦਾ ਉਹ ਦੂਸਰੇ ਦਾ ਹੱਕ ਮਾਰਨ ਵਾਲਾ ਹੈ ਜੀ। ਤੇ ਇਹਦਾ ਜੋ ਤਰੀਕਾ ਇਹ ਇਮਾਨਦਾਰੀ, ਮਿਹਨਤ ਔਰ ਲਗਨ ਦੇ ਨਾਲ ਕੰਮ ਕਰਨ ਵਾਲਾ ਹੈ। ਤੇ ਉਸ ਚੀਜ਼ ਨੂੰ ਮੁੱਖ ਰੱਖ ਕੇ ਮਲਕ ਭਾਗੋ ਨੇ ਉਸ ਤੋਂ ਤੋਬਾ ਕੀਤੀ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਇੱਕ ਸਿੱਖ ਬਣ ਗਿਆ। ਵੀਰ ਜੀ, ਇੱਥੇ ਜਦੋਂ ਤੁਸੀਂ ਇਹ ਗੱਲ ਕਰ ਰਹੇ ਹੋ ਮਲਕ ਭਾਗੋ ਦੀ ਤੇ ਭਾਈ ਲਾਲੋ ਦੀ, ਜਿੱਥੇ ਉਹਨਾਂ ਨੇ ਉਸ ਕਮਾਈ ਨੂੰ, ਬੁਰੀ ਕਮਾਈ ਨੂੰ ਨਿੰਦਿਆ ਤੇ ਚੰਗੀ ਕਮਾਈ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਐਪਰੀਸ਼ੀਏਟ ਕੀਤਾ। ਪਰ ਇਹਦੇ ਨਾਲ ਇੱਕ ਹੋਰ ਵੀ ਚੀਜ਼ ਆਉਂਦੀ ਹੈ। ਅੱਜ ਦੇ ਜ਼ਮਾਨੇ 'ਚ ਵੀ ਬਹੁਤ ਸਾਰੇ ਲੋਕ ਐਸੇ ਆ ਜੋ ਉੱਤੋਂ ਧਰਮੀ ਦਿਸਦੇ ਆ, ਜਿਨ੍ਹਾਂ ਦੇ ਬਾਣੇ ਧਰਮ ਵਾਲੇ ਆ, ਪਰ ਅੰਦਰ ਜੋ ਉਹਨਾਂ ਦੀਆਂ ਕਰਤੂਤਾਂ ਹੁੰਦੀਆਂ ਨੇ ਉਹ ਉਹਨਾਂ ਦੀਆਂ ਕਰਤੂਤਾਂ ਮਾੜੀਆਂ। ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਨਾ ਕਿ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੜ ਘੁੜ ਜੀਆਂ ਖਾਵਣੇ ਬੱਗੇ ਨਾ ਕਹੀਆਂ। ਇਸ ਤਰ੍ਹਾਂ ਦੇ ਅੱਜ ਵੀ ਬੜੇ ਲੋਕ ਮਿਲਦੇ ਆ ਤੇ ਗੁਰੂ ਨਾਨਕ ਸਾਹਿਬ ਜੀ ਨੇ ਐਸੇ ਲੋਕਾਂ ਨੂੰ ਵੀ ਕਿਤੇ ਕੰਡੈਮ ਕੀਤਾ ਹੈ ਕਿ ਭਾਈ ਤੁਸੀਂ ਸੱਜਣ ਨਾਮ ਰੱਖ ਕੇ ਸੱਜਣ ਨਹੀਂ ਬਣ ਜਾਣਾ। ਇਹ ਕੀ ਹੈ ਪੂਰੀ ਸਟੋਰੀ? ਅਸਲ 'ਚ ਇਹ ਹੈ ਕਿ ਜਿਸ ਤਰ੍ਹਾਂ ਹੁਣ ਗੁਰੂ ਨਾਨਕ ਸਾਹਿਬ ਨੇ ਜਦੋਂ ਸਟਾਰਟ ਕੀਤਾ, ਤੁਸੀਂ ਇੱਕ ਚੀਜ਼ ਲੈ ਲਓ ਕਿ ਜਦੋਂ ਗੁਰੂ ਨਾਨਕ ਸਾਹਿਬ ਨੇ ਵਪਾਰ ਵੀ ਕੀਤਾ, ਵਪਾਰ ਦਾ ਮਤਲਬ ਦੁਕਾਨਦਾਰੀ ਕੀਤੀ ਜੀ। ਦੁਕਾਨਦਾਰੀ ਜਦੋਂ ਸੁਲਤਾਨਪੁਰ ਲੋਧੀ ਬੇਬੇ ਨਾਨਕੀ ਦੇ ਉਹਨਾਂ ਦੇ ਸਨ ਰਾਏ ਬੁਲਾਰ, ਤਾਂ ਉੱਥੇ ਉਹਨਾਂ ਨੇ ਜਦੋਂ ਭੰਡਾਰਾ ਜਦੋਂ ਉੱਥੇ ਚਲਾਇਆ ਤੇ ਦੁਕਾਨਦਾਰੀ ਕੀਤੀ, ਤੇ ਉੱਥੇ ਉਹਨਾਂ ਨੇ ਜਦੋਂ 1 2 3 ਕਰਕੇ ਤੋਲਦੇ ਸੀ, ਜਦੋਂ 13 ਆ ਗਿਆ ਤਾਂ ਉੱਥੇ 13 13 ਤੇ ਮਗਨ ਹੋ ਗਏ ਕਿ ਸਭ ਕੁਝ ਤੇਰਾ ਹੈ।
ਜੀ 13 ਤੋਂ 13 ਬਣਾਤਾ। ਤੋ ਜਦੋਂ ਚੀਜ਼ ਉਹਨਾਂ ਨੇ ਉੱਥੇ ਵੰਡਣੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਦੀ ਸ਼ਿਕਾਇਤ ਚਲੀ ਗਈ। ਤੇ ਉਹ ਜਦੋਂ ਦੇਖੋ ਉਹਨਾਂ ਨੇ ਗੁਰੂ ਸਾਹਿਬ ਇਹ ਦੱਸਣਾ ਚਾਹੁੰਦੇ ਸੀ ਕਿ ਤੁਸੀਂ ਇਹ ਇਮਾਨਦਾਰੀ ਦੀ ਕਮਾਈ ਕਰੋਗੇ ਤਾਂ ਉਹ 'ਚ ਬਰਕਤ ਹੈ। ਜੀ ਪਾਪਾਂ ਬਾਝੋਂ ਹੋਏ ਨਾ ਮੋਇਆ ਸਾਥ ਨਾ ਜਾਈ, ਤੇ ਪਾਪ ਕਰਕੇ ਕਮਾਈ ਕਰਨੀ ਹੈ ਤਾਂ ਉਹ ਮੋਇਆ ਸਾਥ ਤੇ ਜਾਣੀ ਨਹੀਂ। ਇੰਨਾ ਸਮਝ ਹੋ ਜਾਣੀ ਚਾਹੀਦੀ ਇਨਸਾਨ ਨੂੰ। ਪਰ ਅੱਜ ਕੱਲ੍ਹ ਦੀ ਜਦੋਂ ਦੁਨੀਆ ਹੈ, ਅੱਜ ਕੱਲ੍ਹ ਦੀ ਦੁਨੀਆ ਵਿੱਚ ਕੀ ਹੈ ਕਿ ਉਹਨਾਂ ਨੇ ਪੈਸੇ ਨੂੰ ਹੀ ਰੱਬ ਮੰਨ ਲਿਆ ਕਿ ਜੇ ਸਾਡੀ ਜੇਬ 'ਚ ਪੈਸਾ ਹੈ ਤੇ ਅਸੀਂ ਕੁਝ ਵੀ ਦੁਨੀਆ 'ਚ ਕਰਾ ਸਕਦੇ ਹਾਂ, ਕੁਝ ਵੀ, ਐਵਰੀਥਿੰਗ ਆਈ ਕੈਨ ਡੂ। क्योंकि मान है मेरे को की है पैसा, मेरी शोहरत है, मेरी पदवी है। तो गुरु साहब ने इस चीज़ नहीं दिया इतों तक कि बाबर नूं जाबर कहण तो डरे नहीं, क्योंकि क्रांतिकारी सन। क्योंकि कुछ इतिहासकार क्रांतिकारी कहते हैं, कुछ कहते हैं ये परमात्मा है, कुछ कहते हैं विद्वान है, सारे की अपनी अपनी राय है। हाँ, इसे ने गुरबाणी ने कहा है आप अपनी बुद्ध है जेती बरनत भिन्न भिन्न तो तेती। और जिन्ना किसी दे कोल जिसने जिन्ना था पाया उन्ना गुरु नानक देव जी के बारे च दस्या। वैसे तो गुरबाणी कहती है तेरे कवन कवन गुण कह कह गावां तू साहिब गुणी निधाना, तुमरी महिमा बरना साकों तू ठाकुर ऊच भगवाना। ये शब्द एक चीज़ मैनूं याद आई कि धर्म ते सदाचारक, क्योंकि धर्म ते सदाचार दोनों एक सिक्के दे पहलू है जी। पर असल चाही जो सदाचारक अजकल की जिंदगी मायाधारी दी जिंदगी में असी सदाचारक किहनूं मनदे आ जो बड़े दान पुण्य कर रहे हैं, बड़े अच्छे कर्म कर रहे हैं, तो बड़े लोगों की भलाई का काम कर रहे हैं। लेकिन जो उन्होंने अंदरों को खोल के वेखीए तो जहर भरिया होया, क्योंकि वो जो काम भी कर रहा दान पुण्य कर रहा वो होमे के वस में होके कर रहा, तो सानू लग रहा कि बड़ा आदर्शक जीवन जी रहा। पर गुरु से कहते गुरु साहब ने कहा कि सर्व धर्म में श्रेष्ठ धर्म हर को नाम जप निर्मल कर्म। सारिਆਂ ਤੋਂ ਉੱਚਾ ਧਰਮ ਉਸ ਇਨਸਾਨ ਦਾ ਹੈ ਜੋ ਹਰੀ ਦਾ ਨਾਮ ਜਪਦੇ ਜਪਦੇ ਨਿਰਮਲ ਕਰਮ ਕਰਦਾ ਹੈ। ਉਹ ਨਿਰਮਲ ਕਰਮ ਤੇ ਅਸੀਂ ਕਰ ਰਹੇ ਹਾਂ ਜੀ। ਪਰ ਜਦੋਂ ਅਸੀਂ ਨਿੱਜੀ ਤੌਰ ਤੇ ਆਪਣੇ ਆਪ ਨੂੰ ਦੇਖਦੇ ਹਾਂ, ਗੁਰੂ ਨਾਨਕ ਸਾਹਿਬ ਤੋਂ ਬਿਲਕੁਲ ਪਿੱਠ ਮੋੜ ਕੇ ਬਹਿ ਜਾਂਦੇ ਆਪਾਂ। ਗੁਰੂ ਸਾਹਿਬ ਨਾਲ ਪਿੱਠ ਹੋ ਜਾਂਦੀ ਸਾਡੀ ਵੀ ਆਈ ਗੁਰੂ ਤੇਰੀ ਗੱਲ ਨਹੀਂ ਮੰਨ ਰਹੀ, ਕਿਉਂਕਿ ਅਸੀਂ ਮਾਇਆ ਨੂੰ ਮੁੱਖ ਰੱਖ ਲਿਆ, ਕੰਮ ਤਾਂ ਅਸੀਂ ਆਦਰਸ਼ਕ ਕਰ ਲਏ ਆ। ਪਰ करतूत केरी है, करतूत परसों की मानस जात लोगों को दिखाई दे रहा है कि असीं बड़े अच्छे कर्म कर रहे हैं, वो दिखाई दे रहा है। लोग कहते वाह भी इसने बड़े दान पुण्य किए, ये बड़ा ज्ञान है इस बंदे नूं, इस बंदा लोगों की भलाई विच लगा आ। पर वो तो मैनूं ही पता नहीं मैं किहो जिहा बंदा, अंदरों मैं धर्मी हाँ कि नहीं हाँ। गुरु साहब इस चीज़ का कंडम करते हैं। गुरु कहते जैस जिहा अंदरों है उहो जिहा बाहर बन, जियो निर्मल बाहरों निर्मल, बाहरों तो निर्मल जियो निर्मल, सतगुरु ते करनी कमानी। गुरु अमरदास जी ने क्या कूड़ की सो पहुँचा ने मनसा मन समानी। फिर कूड़ की जड़ी तुहाडे अंदर जो कूड़ है वो दूर अपने आप चला जाएगा। पर एक चीज़ रखनी पेगी, धर्म ते सदाचार नूं मिक्स करके चलना पेगा। जे सदाचारक ही बने रहे, धर्म नूं मुख ना रखिया तो असीं कूड़ दे पिछे ही लगे रहांगे। फिर असीं कदे भी जिहड़ा वा ਉਹ मैं ये कह दिंदा वां कि सज्जन की बजाय सज्जन ठग भी बन जावांगे। ये सज्जन ठग इदां ही बनया इदां ही, क्योंकि लोग उन्होंने कहते सी कि देखो उन्हें अपना आश्रम बनाया, यानी कि रैण बसेरा कि रात आए मुसाफिरां की रोटी पानी पुछनी, बड़ी सेवा करनी, तो वेखना कि मालदार सामी है तो लुट भी लेना, हो सकता कतल भी कर दिंदा है। तो गुरु साहब जो उत्थे पहुंचे तो गुरु साहब ने इहो क्या उज्जल कहे चलकना घोटम कर ली मस धोतिया झूठना हो चले जिसों धोवा तिस सज्जन सही नाल मैं चलदिया नाल चलन, जिथे लेखा मंगी तिथे खड़े दिसन। ये जो गल्लां कहियां सज्जन हथ जोड़ खड़ा हो गया, कहना महाराज मैं तो सोचिया सी कि मैं तो लुटांगा तुहानूं, तुसीं ते मेरे पढ़दे याद करते। तो गुरु साहब ने उस इस शब्द दे विच अर्थ करके उन्होंने समझाए कि तू सज्जन ते है पर वो बाहरी तौर पर है, जैसा तू बाहरी है ऐसे ही अंदरों बन जा। जो अंदरों बनेगा तो फिर परमात्मा तेरे विच खड़ा होएगा। ਇਹਦਾ ਮਤਲਬ ਇਹ ਹੋਇਆ ਕਿ ਗੁਰੂ ਨਾਨਕ ਦੇਵ ਜੀ ਸਾਨੂੰ ਬਾਹਰੋਂ ਨਹੀਂ ਬਦਲਣਾ ਚਾਹੁੰਦੇ ਸੀ, ਉਹ ਅੰਦਰੋਂ ਬਦਲਣਾ ਚਾਹੁੰਦੇ ਸੀ ਕਿ ਇਨਸਾਨ ਅੰਦਰੋਂ ਬਦਲ ਜਾਏ ਤੇ ਤਾਂ ਹੀ ਗੱਲ ਬਣਦੀ ਹੈ। ਇਹ ਅੰਦਰੋਂ ਬਦਲਣ ਵਾਲੀ ਜਿਹੜੀ ਪ੍ਰਵਿਰਤੀ ਹੈ ਇਹ ਅੱਜ ਵੀ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਅੱਜ ਵੀ ਸਾਡੇ ਕੋਲੋਂ ਗੁਰੂ ਨਾਨਕ ਸਾਹਿਬ ਦੂਰ ਨਹੀਂ ਗਏ, ਉਹ ਸਾਡੇ ਹਿਰਦਿਆਂ 'ਚ ਅੱਜ ਵੀ ਵਸ ਰਹੇ ਆ ਔਰ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਸਾਡੇ ਕੋਲ ਮੌਜੂਦ ਹੈ। ਅਤੇ ਅੱਜ ਮੈਂ ਇਹ ਗੱਲ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਕਿੰਨੇ ਕੁ ਲੋਕ ਹੈ ਜਿਹੜੇ ਆਪਣੇ ਆਪ ਨੂੰ ਅੰਦਰੋਂ ਬਦਲਣ ਵੱਲ ਤੁਰਦੇ ਆ, ਜਾਂ ਬਹੁਤ ਸਾਰੇ ਤੇ ਬਾਹਰ ਤੀਰਥ ਯਾਤਰਾ ਤਾਂ ਹੀ ਸੀ। ਦੇਖੋ ਤੀਰਥ ਜਿਹੜੇ, ਚਲੋ ਇੱਕ ਗੱਲ ਆਪਾਂ ਕਰ ਲਈਏ, ਤੀਰਥ ਜਾਣਾ ਕੋਈ ਮਾੜੀ ਗੱਲ ਨਹੀਂ ਹੈ,
ਕਿਉਂਕਿ ਤੀਰਥ ਜਿਹੜੇ ਆ ਨਾ, ਉਹ ਜਿੱਥੇ ਮਹਾਂਪੁਰਸ਼ ਸੰਤਾਂ ਦਾ ਜਦੋਂ ਪੈਰ ਪੈਂਦਾ ਤੀਰਥਾਂ 'ਚ ਜਾਂ ਸਰੋਵਰਾਂ 'ਤੇ, ਦਰਿਆਵਾਂ 'ਤੇ, ਕਿਉਂਕਿ ਉਹ ਲੋਚਦੇ ਆ ਜੀ ਕਿ ਐਸਾ ਸੰਤ ਸਾਡੇ ਵਿੱਚ ਆ ਕੇ ਡੁਬਕੀ ਲਗਾ ਕੇ ਤਾਂ ਸਾਡੇ ਪਾਪ ਵੀ ਧੋਤੇ ਜਾਣ। ਪਰ ਅਸਲ 'ਚ ਇਹ ਤੇ ਸਾਨੂੰ ਅੱਜ ਤੱਕ ਇਹ ਡਿਫਾਈਨ ਨਹੀਂ ਕਰ ਪਾਏ ਕਿ ਅਸਲ ਵਿੱਚ ਮਹਾਂਪੁਰਸ਼ ਸੰਤ ਕੌਣ ਹੈ, ਜੀ ਕਿ ਜੋ ਗੁਰੂ ਨਾਨਕ ਸਾਹਿਬ ਦੇ ਪਾਏ ਪੂਰਨਿਆਂ 'ਤੇ ਚੱਲਦਾ ਹੈ ਕਿ ਨਹੀਂ। ਪਰ ਕਿਉਂਕਿ ਜਦੋਂ ਏਵਡ ਉੱਚਾ ਹੋਵੇ ਕੋਈ ਤੇ ਸੋਚੋ ਕੋ ਜਾਣੇ, ਸੋ ਸਿੱਧੀ ਗੱਲ ਇਹ ਹੈ ਜੀ ਕਿ ਅਸੀਂ ਉਹੋ ਜਿਹੇ ਉੱਚੇ ਬਣਾਂਗੇ ਤਾਂ ਹੀ ਸਾਨੂੰ ਪਤਾ ਲੱਗੇਗਾ। ਅਸੀਂ ਖੁਦ ਉਹੋ ਜਿਹੇ ਉੱਚੇ ਨਹੀਂ ਬਣ ਪਾ ਰਹੇ ਤੇ ਅਸੀਂ ਦੂਸਰਿਆਂ ਨੂੰ ਕਹਿ ਦਿੰਦੇ ਹਾਂ ਕਿ ਯਾਰ ਇਹ ਕਿੱਦਾਂ ਦਾ, ਇਹ ਬਾਹਰੋਂ ਕੁਝ ਹੋਰ ਆ, ਅੰਦਰੋਂ ਕੁਝ ਹੋਰ ਆ, ਆਪਾਂ ਕਹਿ ਤਾਂ ਦਿੰਦੇ ਹਾਂ। ਪਰ ਗੁਰੂ ਸਾਹਿਬ ਆਪ ਉਹੋ ਜਿਹੇ ਉੱਚੇ ਸਨ। ਉਹਨਾਂ ਨੇ ਛੋਟੀ ਛੋਟੀ ਗੱਲਾਂ ਨੂੰ ਲੈ ਕੇ ਸਾਨੂੰ ਐਗਜ਼ਾਮਪਲ ਦੇ ਕੇ ਸਮਝਾਇਆ। ਜਦੋਂ ਇੱਕ ਗੱਲ ਯਾਦ ਆ ਰਹੀ ਸੀ, ਹੁਣ ਵਿਸਰ ਗਈ। ਮਤਲਬ ਕਿ ਗੁਰੂ ਨਾਨਕ ਪਾਤਸ਼ਾਹ ਜੀ ਆਪ ਉੱਚੇ ਹੋ, ਗੁਰਬਾਣੀ ਵੀ ਕਹਿੰਦੀ ਹੈ ਨਾ, ਤੇ ਸੂਚੇ ਕੋ ਜਾਣੇ ਸੋਏ ਜੇਵੜ ਉੱਚਾ ਹੋਵੇ ਕੋਈ, ਕਿ ਉਸ ਪਰਮਾਤਮਾ ਨੂੰ ਜਾਣਨ ਲਈ ਪਰਮਾਤਮਾ ਵਰਗੇ ਬਣਨਾ ਪਏਗਾ। ਤੇ ਗੁਰੂ ਨਾਨਕ ਦੇਵ ਜੀ ਸਾਨੂੰ ਉਸ ਪਰਮਾਤਮਾ ਵਰਗੇ ਹੀ ਬਣਾਉਣ ਲਈ ਆਏ ਸੀ। ਹੁਣ ਸਭ ਤੋਂ ਪਹਿਲਾਂ ਇੱਕ ਚੀਜ਼ ਯਾਦ ਆਈ। ਦੇਖੋ, ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜਦੋਂ ਪਹਿਲੇ ਉਹਨਾਂ ਦੀ ਮੁਲਾਕਾਤ ਹੋਈ ਮਰਦਾਨਾ ਜੀ ਨਾਲ, ਤੇ ਹੋਈ ਆ, ਚਲੋ ਉਹ ਤਾਂ ਉਹਨਾਂ ਦੇ ਬਚਪਨ ਤੋਂ ਫਰੈਂਡ ਹੈ। ਪਰ ਜਦੋਂ ਬੁੱਢਾ ਜੀ ਨਾਲ ਹੋਈ, ਵਾਹ ਜੀ ਹਾਂ, ਹੁਣ ਬਾਬਾ ਬੁੱਢਾ ਜੀ ਕਿੰਨੇ ਸਤਿਕਾਰ ਨਾਲ ਬ੍ਰਹਮ ਗਿਆਨੀ, ਪੂਰਨ ਬ੍ਰਹਮ ਗਿਆਨੀ ਹੋਏ। ਬਾਬਾ ਬੁੱਢਾ ਜੀ ਨੇ ਜਦੋਂ ਉਹਨਾਂ ਦੀ ਸੇਵਾ ਕੀਤੀ ਇੱਕ ਬਚਪਨ ਦੇ ਵਿੱਚ, ਤੇ ਗੁਰੂ ਨਾਨਕ ਸਾਹਿਬ ਦੇ ਕੋਲੋਂ ਪੁੱਛਣ ਲੱਗੇ ਕਿ ਮਹਾਰਾਜ ਇੱਕ ਸਵਾਲ ਪੁੱਛਣਾ ਹੈ। ਮੈਂ ਕਿਹਾ ਪੁੱਛੋ। ਕਹਿੰਦੇ ਮਹਾਰਾਜ ਛੋਟੀਆਂ ਜਿਹੜੀਆਂ ਲੱਕੜੀਆਂ ਹੈ ਉਹ ਉਹਨਾਂ ਨੂੰ ਜਲਦੀ ਅੱਗ ਲੱਗ ਜਾਂਦੀ ਹੈ, ਵੱਡਿਆਂ ਨੂੰ ਬਾਅਦ 'ਚ ਲੱਗਦੀ ਹੈ। ਇਹਦਾ ਮਤਲਬ ਕੀ ਹੈ ਕਿ ਇਨਸਾਨ ਛੋਟੀ ਉਮਰ ਤੋਂ ਵੀ ਜਾ ਸਕਦਾ ਦੁਨੀਆ 'ਚ। ਗੁਰੂ ਸਾਹਿਬ ਕਹਿੰਦੇ ਤੂੰ ਤਾਂ ਗੱਲ ਬੁੜਿਆਂ ਵਾਲੀ ਕਰਦਾ। ਯਾਨੀ ਗੁਰੂ ਸਾਹਿਬ ਨੇ ਉਹਨੂੰ ਵਾਚ ਲਿਆ, ਪੂਰਾ ਸਮਝ ਲਿਆ ਕਿ ਇਹ ਇਨਸਾਨ ਅੰਦਰੋਂ ਜੁੜਿਆ ਹੋਇਆ ਹੈ। ਤੇ ਇਹਦੀ ਸੋਝੀ ਦੇਖੋ ਕਿੱਥੇ ਹੈ। ਤੇ ਗੁਰੂ ਸਾਹਿਬ ਨੇ ਕਿਹਾ ਕਿ ਤੂੰ ਤੇ ਵੀ ਬੁੜਿਆਂ ਵਾਲੀ ਗੱਲ ਕੀਤੀ ਹੈ, ਤੇਰਾ ਨਾਮ ਬੁੜਾ। ਗੁਰੂ ਸਾਹਿਬ ਨੇ ਉਹਨੂੰ ਤਖੱਲਸ ਦੇ ਦਿੱਤਾ ਬੁੜਾ। ਤਾਂ ਉਹ ਨਾਮ ਇੰਨਾ ਪ੍ਰਚਲਿਤ ਹੋਇਆ ਕਿ ਗੁਰੂ ਸਾਹਿਬ ਸਿੱਖ ਗੁਰੂ ਸਾਹਿਬ ਦੇ ਟਾਈਮ ਤੱਕ ਬਾਬਾ ਬੁੱਢਾ ਜੀ ਨੇ ਰਾਜ ਗੁਰਗੱਦੀ ਤਿਲਕ ਉਹਨਾਂ ਨੂੰ ਅੱਗੇ ਸਪੁਰਦ ਕਰਦੇ ਗਏ। ਅਤੇ ਉਹਨਾਂ ਦੀ ਅਵਸਥਾ ਦੇਖੋ ਇੰਨੀ ਸੀ ਕਿ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਪਹਿਲਾ ਹੈੱਡ ਗ੍ਰੰਥੀ ਦਰਬਾਰ ਸਾਹਿਬ, ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ ਅਤੇ ਹੈੱਡ ਗ੍ਰੰਥੀ, ਕਿਉਂਕਿ ਅਸੀਂ ਇਹ ਕਹਿਣਾ ਚਾਹ ਰਹੇ, ਮੇਰਾ ਇਹ ਕਹਿਣ ਦਾ ਮਤਲਬ ਹੈ ਕਿ ਗੁਰੂ ਸਾਹਿਬ ਜਿਸ ਨੂੰ ਆਪਣੇ ਵੱਲ ਖਿੱਚਣਾ ਚਾਹੁੰਦੇ ਸੀ ਨਾ, ਉਹ 'ਤੇ ਕਿਰਪਾ ਵੀ ਕਰ ਦਿੰਦੇ ਸੀ। ਇੱਕ ਗੱਲ ਹੋਰ ਯਾਦ ਆਈ ਹੈ 'ਚ, ਝੰਡੇਵਾੜੀ ਦਾ ਸ਼ਾਇਦ ਨਾਮ ਸੁਣਿਆ ਹੋਏਗਾ ਤੁਸੀਂ। ਉੱਥੋਂ ਦਾ ਰਾਜਾ ਸੀ, ਵਿਸਰ ਗਿਆ ਦੇਖੋ ਨਾਮ। ਉਹ ਰਾਜੇ ਨੂੰ ਜਦੋਂ ਮਿਲਣ ਗਏ ਅਤੇ ਰਾਜੇ ਨੂੰ ਮਿਲਦੇ ਉੱਥੇ ਜਦੋਂ ਗਏ ਤਾਂ ਉਹਨਾਂ ਨੇ ਕਿਹਾ ਕਿ ਮਹਾਰਾਜ ਤੁਹਾਡੇ ਘਰ 'ਚ ਕੋਈ ਫਕੀਰ ਆਇਆ ਤੁਹਾਡੇ ਮਹਿਲਾਂ 'ਚ। ਅਤੇ ਉਹ ਰਾਜੇ ਨੇ ਅੱਗੇ ਸੋਨੇ ਦੇ ਮੋਤੀ, ਹੀਰੇ, ਜਵਾਹਰਤ ਲਿਆ ਕੇ ਅੱਗੇ ਰੱਖ ਦਿੱਤੇ। ਅਤੇ ਗੁਰੂ ਸਾਹਿਬ ਕਹਿੰਦੇ ਕਿ ਬੜੇ ਖੁਸ਼ ਹੋਏ। ਅਤੇ ਗੁਰੂ ਸਾਹਿਬ ਕਹਿੰਦੇ ਕਿ ਰਾਜਨ ਇਹ ਕਿਹਦਾ ਵਾ? ਕਹਿੰਦੇ ਮਹਾਰਾਜ ਮੇਰਾ। ਤੇਰਾ ਤਾਂ ਹੋ ਨਹੀਂ ਸਕਦਾ, ਜਿਹਨੂੰ ਸੋਝੀ ਦੇਣੀ ਹੈ। ਕਹਿੰਦੇ ਮਹਾਰਾਜ ਇਹ ਮੇਰਾ ਵਾ। ਕਹਿੰਦੇ ਤੇਰੇ ਤੋਂ ਪਹਿਲਾਂ ਕਿੱਦਾਂ ਹੈ? ਇਹ ਮੇਰੇ ਪਿਓ ਦਾ। ਕਹਿੰਦੇ ਤੂੰ ਰਾਜਾ ਹੈ, ਤੇਰੇ ਪਿਓ ਤੋਂ ਪਹਿਲਾਂ ਕੌਣ ਸੀ? ਕਹਿੰਦੇ ਉਹਨਾਂ ਦਾ ਪਿਓ। ਉਸ ਤੋਂ ਪਹਿਲਾਂ? ਕਹਿੰਦੇ ਫਿਰ ਤੇਰਾ ਕਿੱਥੋਂ ਆਇਆ? ਇਹ ਤਾਂ ਸਰਾਂ ਹੈ, ਇਹ ਤਾਂ ਤੇਰਾ ਵੀ ਨਹੀਂ ਹੋ ਸਕਦਾ, ਤੇਰੇ ਪਿਓ ਦਾ ਨਹੀਂ ਹੈ, ਉਹਦੇ ਪਿਓ ਦਾ ਨਹੀਂ ਹੈ, ਤੇ ਸਰਾਂ ਹੈ, ਇਹ ਤਾਂ ਦੁਨੀਆ 'ਚ ਆਉਣਾ ਜਾਣਾ। ਅਤੇ ਤੇਰਾ ਜਿਹੜੀ ਤੇਰੀ ਚੀਜ਼ ਹੈ ਉਹ ਦੇ ਮੈਨੂੰ। ਉਹ ਕਹਿਣ ਲੱਗਾ ਕਿ ਮਹਾਰਾਜ ਮੇਰੀ ਚੀਜ਼ ਸਾਰੀ ਕੁਝ ਤੁਹਾਡੇ ਅਰਪਣ ਕਰ ਦਿੱਤੀ ਹੈ, ਤੁਹਾਡੇ ਸਤਿਕਾਰ ਵਜੋਂ। ਮੇਰੀ ਚੀਜ਼ ਹੋਰ ਹੈ ਕੀ ਹੈ? ਸਭ ਕੁਝ ਮੇਰਾ। ਕਹਿੰਦੇ ਨਹੀਂ, ਤੇਰੇ ਕੋਲ ਮੇਰੀ ਚੀਜ਼ ਹੈ, ਉਹ ਮੈਨੂੰ ਦੇ। ਕਹਿੰਦੇ ਮਹਾਰਾਜ ਕਿਹੜੀ ਹੈ? ਮੈਨੂੰ ਸਮਝ ਤੇ ਆਏ, ਮੈਨੂੰ ਤੁਹਾਡੀ ਜਿਹੜੀ ਰਮਜ ਨਹੀਂ ਸਮਝ ਆ ਰਹੀ। ਉਹਨੇ ਇੱਕੋ ਗੱਲ ਕਹੀ, ਇਹ ਜਿਹੜੀ ਮੈਂ ਕਰਦਾ ਨਾ, ਇਹ ਮੈਨੂੰ ਦੇ ਦੇ। ਹਾਂ, ਕਿਉਂਕਿ ਮਨ ਹੀ ਹੈ, ਮਨ ਤੋਂ ਹੀ ਮੈਂ ਨਿਕਲਦੀ ਹੈ। ਔਰ ਜੇ ਕਿਸੇ ਨੇ ਆਪਣਾ ਮਨ ਗੁਰੂ ਨੂੰ ਅਰਪਿਤ ਕਰ ਦਿੱਤਾ ਤੇ ਸਮਝ ਲਓ ਗੱਲ ਬਣ ਗਈ। ਕਿਉਂਕਿ ਗੁਰੂ ਸਾਹਿਬ ਇਹੀ ਕਹਿੰਦੇ ਆ, ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਹੈ ਕਾਰਜ ਰਾਸ। ਜੋ ਕਿਉਂਕਿ ਉਹਨਾਂ ਨੇ ਫਿਰ ਉਹਨਾਂ ਨੇ ਕਿਹਾ ਮਹਾਰਾਜ, ਹੱਥ ਜੋੜਤੇ, ਗੋਡੇ ਨੀਵੇਂ ਕਰਕੇ ਕਹਿਣ ਲੱਗੇ ਮਹਾਰਾਜ ਇਹ ਮੈਂ ਜਿਹੜੀ ਹੈ ਨਾ, ਇਹ ਮੈਂ ਨਹੀਂ ਦੇ ਸਕਦਾ, ਤੁਸੀਂ ਖੁਦ ਹੀ ਲੈ ਲਓ ਤਾਂ ਚੰਗਾ। ਦੇਖੋ ਅਰਪਣ ਕਰ ਦਿੱਤਾ ਕਿ ਇਹ ਮੈਂ ਨਹੀਂ ਦੇ ਸਕਦਾ, ਖੁਦ ਹੀ ਤੁਸੀਂ ਲੈ ਸਕਦੇ ਹੋ। ਗੁਰੂ ਸਾਹਿਬ ਨੇ ਸਿਰ 'ਤੇ ਹੱਥ ਰੱਖਿਆ, ਇਕਾਗਰਤਾ ਬਖਸ਼ੀ, ਔਰ ਉਹਨਾਂ ਦੀ ਸੁਰਤੀ ਲੱਗ ਗਈ। ਜਦੋਂ ਸੁਰਤੀ ਲੱਗੀ ਤੇ ਮੂੰਹ 'ਚੋਂ ਕੀ ਸ਼ਬਦ ਨਿਕਲਿਆ? ਪ੍ਰਭ ਸਭ ਕੁਛ ਦੇਤਾ ਮੈਂ ਨਹੀਂ, ਪ੍ਰਭ ਸਭ ਕੁਛ ਤੇਰਾ
ਮੈਂ ਨਹੀਂ। ਤੇ ਗੁਰੂ ਸਾਹਿਬ ਨੇ ਕਿਹਾ ਕਿ ਫਿਰ ਅੱਖਾਂ ਖੋਲੇ, ਕਹਿੰਦੇ ਮਹਾਰਾਜ ਮੈਨੂੰ ਨਾਲ ਲੈ ਚਲੋ। ਤੇ ਗੁਰੂ ਸਾਹਿਬ ਕਹਿੰਦੇ ਮੈਂ ਨਾਲ ਲੈ ਜਾਣ ਵਾਸਤੇ ਨਹੀਂ ਆਇਆ ਤੈਨੂੰ, ਇਹ ਜੋ ਕਿਰਤ ਤੈਨੂੰ ਪਰਮਾਤਮਾ ਨੇ ਬਖਸ਼ੀ ਹੈ, ਰਾਜੇ ਦੀ ਜ਼ਿੰਮੇਵਾਰੀ ਬਖਸ਼ੀ, ਉਹਨੂੰ ਨਿਭਾਉਂਦੇ ਹੋਏ ਪ੍ਰਭੂ ਦਾ ਸਿਮਰਨ ਕਰੋ ਤੇ ਉਹਦੇ ਵਿੱਚ ਲੀਨ ਰਹਿ ਕੇ ਸੇਵਾ ਕਰੋ, ਤਾਂ ਕਿ ਤੁਹਾਡੀ ਸੇਵਾ ਵਿੱਚ ਪਵਿੱਤਰਤਾ ਆਵੇ। ਤੁਹਾਡੀ ਸੇਵਾ ਵਿੱਚ ਮੈਂ ਖਤਮ ਹੋ ਚੁੱਕੀ ਆ, ਹੁਣ ਤੁਸੀਂ ਸਭ ਕੁਝ ਦੇ ਦਿੱਤਾ ਮੈਨੂੰ, ਮੈਂ ਦੇ ਦਿੱਤੀ, ਮਨ ਦੇ ਦਿੱਤਾ ਤੇ ਸਭ ਕੁਝ ਦੇ ਦਿੱਤਾ। ਜਿਵੇਂ ਤੁਸੀਂ ਕਿਹਾ ਕਿ ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜਾਸ, ਜਦੋਂ ਇਹ ਗੱਲ ਕਹਿ ਕੇ ਤੇ ਉਹਨਾਂ ਨੂੰ ਉੱਥੋਂ ਵਿਦਾਇਗੀ ਦਿੱਤੀ। ਇਹ ਬਹੁਤ ਹੀ ਸੋਹਣੀਆਂ ਗੱਲਾਂ ਨੇ ਸਤਸੰਗ ਜੀ। ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਜੋ ਵਿਚਾਰਾਂ ਦਾ ਸਿਲਸਿਲਾ ਹੈ ਵੀਰ ਹਰਿੰਦਰ ਸਿੰਘ ਜੀ ਦੇ ਨਾਲ, ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਤੇ ਉਹਨਾਂ ਤੋਂ ਮਿਲਦੀਆਂ ਸਿੱਖਿਆਵਾਂ, ਪ੍ਰੇਰਨਾਵਾਂ, ਸਾਖੀਆਂ, ਇਹ ਸਾਰੀਆਂ ਅਸੀਂ ਵੀਰ ਹਰਿੰਦਰ ਸਿੰਘ ਜੀ ਤੋਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਸੁਣਾਂਗੇ, ਕਿਉਂਕਿ ਇਹ ਲੰਮੀ ਲੜੀ ਚੱਲਣੀ ਹੈ ਔਰ ਇਹਦੇ ਵਿੱਚ ਅਜੇ ਜੋ ਹੈ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਸੀਂ ਆ ਕੇ ਇਹ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਵਿਚਾਰਾਂ ਕੀਤੀਆਂ। ਆਸ ਕਰਾਂਗੇ ਅੱਗੇ ਤੋਂ ਬਾਕੀ ਦੀਆਂ ਰਹਿੰਦੀਆਂ ਵਿਚਾਰਾਂ ਵੀ ਅਗਲੇ ਪ੍ਰੋਗਰਾਮਾਂ 'ਚ ਸੰਗਤਾਂ ਦੇ ਨਾਲ ਸਾਂਝੀਆਂ ਕਰੋ ਜੀ। ਤੇ ਇਸ ਦੇ ਨਾਲ ਹੀ ਸਾਧ ਸੰਗਤ ਜੀ ਇੰਨਾ ਵੀ ਮੈਂ ਕਹਾਂਗਾ ਕਿ ਇਸ ਚੈਨਲ ਨੂੰ ਜੇਕਰ ਤੁਸੀਂ ਪਹਿਲੀ ਵਾਰ YouTube ਤੇ ਦੇਖ ਰਹੇ ਹੋ ਤੇ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਔਰ ਇਹਦੇ ਨਾਲ ਤੁਸੀਂ ਜੇਕਰ Facebook ਪੇਜ ਤੇ ਵੀ ਦੇਖ ਰਹੇ ਹੋ ਤੇ ਉੱਥੇ ਵੀ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਹੋਰ ਤੁਸੀਂ ਕਿਸ ਵਿਸ਼ੇ ਤੇ ਵਿਚਾਰਾਂ ਦੀ ਸਾਂਝ ਚਾਹੁੰਦੇ ਹੋ, ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ, ਇਹ ਸਭ ਕੁਝ ਤੁਸੀਂ ਸਾਨੂੰ ਜਿਹੜਾ ਹੈ ਉਹ ਕਮੈਂਟਸ ਕਰਕੇ ਵੀ ਦੱਸ ਸਕਦੇ ਹੋ। ਵੀਰ ਜੀ ਤੁਸੀਂ ਇਸ ਪ੍ਰੋਗਰਾਮ 'ਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।